नमस्कार। खास खबर एक नज़र वेखण वाले साडे सारे दर्शकों का निੱਘਾ स्वागत। खास खबर एक नज़र दे विच असीं चर्चा करांगे अज दीआं सुर्खियां ते। इस चर्चा दे विच शामिल होण दे लई साडे स्टूडियो दे विच मौजूद ने सीनियर पत्रकार श्री अरुणदीप जी। अरुणदीप जी, बहुत बहुत स्वागत है तुहाडा खास खबर एक नज़र विच। असीं रुख करदे हां पहली खबर दे वल जो कि किसान अंदोलन दे नाल जुड़ी हुई है। किसान अंदोलन दा 25वां दिन हुण केंद्र सरकार दे वल्लों एक बार फिर नवीं गलबात करन दी जिहड़ी पेशकश है वो किसानां नूं कीती गई है। अरुणदीप जी, पर खबरां ये भी आ रही ने कि किसी तरह इस अंदोलन नूं दबन की कोशिश भी की जा रही है। देखो, ये अंदोलन पिछले 3 महीने तो चल रहा है। ਜਦੋਂ ਤੋਂ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਆ, ਕਿਸਾਨ ਉਦੋਂ ਤੋਂ ਹੀ ਇਹਦਾ ਵਿਰੋਧ ਕਰਦੇ ਆ ਰਹੇ ਨੇ। ਪਹਿਲਾਂ ਜਦੋਂ ਆਰਡੀਨੈਂਸ ਸੀਗੇ ਉਦੋਂ ਆਰਡੀਨੈਂਸਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਉਸ ਤੋਂ ਬਾਅਦ ਜਦੋਂ ਕਾਨੂੰਨ ਬਣ ਗਏ ਤੇ ਕਿਸਾਨਾਂ ਨੇ ਨਾ ਸਿਰਫ ਪੰਜਾਬ ਦੇ ਟੋਲ ਪਲਾਜ਼ੇ ਬਲਕਿ ਪੰਜਾਬ ਦੇ ਵਿੱਚ ਰੇਲਾਂ ਦਾ ਜਿਹੜਾ ਆਉਣਾ ਜਾਣਾ ਵੀ ਬੰਦ ਕਰ ਦਿੱਤਾ, ਜਿਹਨੂੰ ਲੈ ਕੇ ਲਗਾਤਾਰ ਲਗਭਗ 2 ਮਹੀਨੇ ਜਿਹੜੇ ਆ ਇਹ ਸਟਰਗਲ ਚੱਲੀ ਆ, ਸੰਘਰਸ਼ ਚੱਲਿਆ ਆ। ਉਸ ਤੋਂ ਬਾਅਦ ਪਿਛਲੇ ਮਹੀਨੇ 26 ਤਰੀਕ ਤੋਂ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ ਬਹਿ ਗਏ ਨੇ। ਦਿੱਲੀ ਦੀਆਂ ਹੱਦਾਂ ਉਹਨਾਂ ਨੇ ਮੱਲ ਲਈਆਂ ਨੇ। ਉਹਨਾਂ ਨੇ ਦਿੱਲੀ ਨੂੰ ਕਈ ਪਾਸਿਆਂ ਤੋਂ ਘੇਰ ਲਿਆ। ਮੁੱਖ ਰੂਪ ਦੇ ਵਿੱਚ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਉਹ ਬੈਠੇ ਹੋਏ ਨੇ, ਜਿੱਥੇ ਕਈ ਮੀਲ ਲੰਬੇ ਦਾਇਰੇ ਦੇ ਵਿੱਚ ਉਹ ਜਾ ਕੇ ਬਹਿ ਗਏ ਨੇ। ਇਹ ਅੰਦੋਲਨ ਅਸਲ ਦੇ ਵਿੱਚ ਹੁਣ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਰਹਿ ਗਿਆ ਹੈ। ਇਹ ਅੰਦੋਲਨ ਮੁੱਖ ਰੂਪ ਦੇ ਵਿੱਚ ਜਨਤਾ ਦਾ ਅੰਦੋਲਨ ਬਣ ਚੁੱਕਾ ਆ, ਲੋਕ ਲਹਿਰ ਬਣ ਚੁੱਕੀ ਆ। ਜੀ ਬਿਲਕੁਲ। ਜਦੋਂ ਕਿਸਾਨ ਦਿੱਲੀ ਜਾ ਕੇ ਬਹਿ ਗਏ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ 3 ਦਸੰਬਰ ਨੂੰ ਗੱਲਬਾਤ ਦਾ ਸੱਦਾ ਮਿਲਦਾ ਹੈ। 3 ਦਸੰਬਰ ਨੂੰ ਕਿਸਾਨ ਗੱਲਬਾਤ ਕਰਦੇ ਨੇ। ਉਸ ਤੋਂ ਬਾਅਦ 5 ਦੌਰ ਦੀ ਗੱਲਬਾਤ ਹੁੰਦੀ ਹੈ, ਪਰ ਨਤੀਜਾ 0 ਰਹਿੰਦਾ ਆ। ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਇਸ ਗੱਲ 'ਤੇ ਅੜ ਗਏ ਵੀ ਸਾਨੂੰ, ਉਹ ਕਹਿੰਦੇ ਵੀ ਸਾਫ਼ ਦੱਸਿਆ ਜਾਵੇ ਕਿ ਕਾਨੂੰਨ ਵਾਪਸ ਹੋਣੇ ਆ ਕਿ ਨਹੀਂ ਹੋਣੇ, ਹਾਂ ਜਾਂ ਨਾ ਦੇ ਵਿੱਚ ਉਹ ਜਾ ਕੇ ਉਹਨਾਂ ਦੀ ਗੱਲ ਖੜ ਗਈ। ਤੇ ਕੇਂਦਰ ਸਰਕਾਰ ਵੱਲੋਂ ਇਹਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਅੱਜ ਤੱਕ ਇਹਦੇ ਫਾਇਦੇ ਗਿਣਾਏ ਜਾ ਰਹੇ ਨੇ ਕਿ ਇਹ ਕਾਨੂੰਨ ਜਿਹੜੇ ਨੇ ਇਹ ਲੋਕਾਂ ਦੇ ਪੱਖ 'ਚ ਨੇ, ਕਿਸਾਨਾਂ ਦੇ ਪੱਖ 'ਚ ਨੇ, ਇਹਦਾ ਭਲਾ ਹੋਊਗਾ। ਤੇ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਵੀ ਇਹ ਲੋਕ ਪੱਖੀ ਕਾਨੂੰਨ ਨਹੀਂ ਆ। ਉਹਨਾਂ ਦਾ ਵਿਰੋਧ ਜਿਹੜਾ ਦਿਨ ਪ੍ਰਤੀ ਦਿਨ ਤਿੱਖਾ ਹੁੰਦਾ ਜਾ ਰਿਹਾ। ਤੇ ਕੱਲ੍ਹ ਕਿਸਾਨਾਂ ਨੇ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨ ਮਾਰੇ ਗਏ ਨੇ, ਜਿਨ੍ਹਾਂ ਨੂੰ ਸ਼ਹੀਦ ਦਾ ਦਰਜਾ ਉਹ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਹੈ। ਰੋਜ਼ਾਨਾ ਠੰਡ ਦੀ ਵਜ੍ਹਾ ਦੇ ਨਾਲ ਇੱਕ ਕਿਸਾਨ ਦੀ ਮੌਤ ਮੌਤ ਹੋ ਰਹੀ ਆ। ਰੋਜ਼ਾਨਾ ਸੜਕ ਹਾਦਸਿਆਂ ਦੇ ਵਿੱਚ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ। ਉਹਨਾਂ ਕਿਸਾਨਾਂ ਦੀ ਯਾਦ ਵਿੱਚ ਇਹਨਾਂ ਨੇ ਦੇਸ਼ ਭਰ ਦੇ ਵਿੱਚ ਸ਼ਹੀਦੀ ਦਿਵਸ ਮਨਾਇਆ, ਜਿੱਥੇ ਉਹਨਾਂ ਨੇ ਕਿਸਾਨਾਂ ਨੂੰ, ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਨਾਲ ਹੀ ਉਹਨਾਂ ਨੇ ਅੰਦੋਲਨ ਨੂੰ ਤਿੱਖਾ ਕਰਨ ਦਾ ਜਿਹੜਾ ਐਲਾਨ ਕੀਤਾ। ਲੜੀਵਾਰ ਭੁੱਖ ਹੜਤਾਲ ਉਹਨਾਂ ਨੇ ਕਰਨ ਦਾ ਵੀ ਐਲਾਨ ਕੀਤਾ ਹੈ। ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਸੱਦੇ ਦੀ ਗੱਲ ਵੀ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਹੋਰਾਂ ਨੇ, ਸਾਡੇ ਮੁਲਕ ਦੇ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਬੰਗਾਲ ਦੇ ਵਿੱਚ ਇਹ ਗੱਲ ਕਹੀ ਹੈ ਕਿ 1-2 ਦਿਨਾਂ ਦੇ ਵਿੱਚ ਕਿਸਾਨਾਂ ਤੇ ਖੇਤੀਬਾੜੀ ਮੰਤਰੀ ਜਿਹੜੇ ਨਰਿੰਦਰ ਸਿੰਘ ਤੋਮਰ ਨੇ ਉਹਨਾਂ ਵਿਚਕਾਰ ਗੱਲਬਾਤ ਹੋਵੇਗੀ। ਸੁਪਰੀਮ ਕੋਰਟ ਨੇ ਵੀ ਇਹਦੇ ਵਿੱਚ ਦਖਲ ਦਿੱਤਾ ਹੈ। ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਵੀ ਕਮੇਟੀ ਬਣਾਈ ਜਾਵੇ ਜਿਹਦੇ 'ਚ ਮਾਹਰ ਹੋਣ, ਕਿਸਾਨਾਂ ਦੇ ਨੁਮਾਇੰਦੇ ਹੋਣ ਤੇ ਸਰਕਾਰ ਦੇ ਨੁਮਾਇੰਦੇ ਹੋਣ, ਜਿਹਦੇ ਨਾਲ ਇਹ ਜਿਹੜਾ ਆ ਅੜਿੱਕਾ ਆ ਉਹ ਟੁੱਟੇ। ਅਸਲ ਦੇ ਵਿੱਚ ਜੋ ਲੱਗ ਰਿਹਾ ਆ, ਜੋ ਇਹਦੇ ਵਿੱਚ ਲੱਗ ਰਿਹਾ, ਬੇਸ਼ੱਕ ਗੱਲਬਾਤ ਨੂੰ ਲੈ ਕੇ ਹੀ ਪਹਿਲ ਕਦਮੀ ਹੋ ਰਹੀ ਆ। ਕਿਸਾਨਾਂ ਦਾ ਇਹ ਤਰਕ ਆ ਕਿ ਹੁਣ ਜੋ ਗੱਲਬਾਤ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਦੋਂ ਕਾਨੂੰਨ ਬਣਾਉਣੇ ਸੀ ਉਦੋਂ ਤੁਸੀਂ ਮਾਹਰਾਂ ਦੀ ਰਾਏ ਕਿਉਂ ਨਹੀਂ ਲਈ, ਉਦੋਂ ਮਤਲਬ ਕਿਸਾਨਾਂ ਦੀ ਰਾਏ ਕਿਉਂ ਨਹੀਂ ਲਈ, ਜਾਂ ਉਦੋਂ ਗੱਲਬਾਤ ਦੀ ਮੇਜ਼ ਤੇ ਕਿਉਂ ਨਹੀਂ ਬੁਲਾਇਆ ਗਿਆ। 2-2.5 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ, ਸੜਕਾਂ ਤੇ ਨੇ, ਠੰਡ ਤੇ ਮਰ ਰਹੇ ਨੇ, ਰੇਲ ਗੱਡੀਆਂ ਜਾਮ ਕੀਤੀਆਂ ਹੋਈਆਂ ਨੇ, ਉਦੋਂ ਕਿਉਂ ਨਹੀਂ ਗੱਲਬਾਤ ਕੀਤੀ ਗਈ। ਹੁਣ ਕਮੇਟੀ ਦੀ ਕੀ ਤੁੱਕ ਆ। ਪਰ ਕਿਸਾਨਾਂ ਨੂੰ ਇਹ ਖਦਸ਼ਾ ਹੈ ਵੀ ਕੇਂਦਰ ਸਰਕਾਰ ਹਾਲੇ ਵੀ ਜਿਹੜੀ ਆ ਉਹ ਕਾਨੂੰਨ ਰੱਦ ਕਰਨ ਦੇ ਰੌਂ ਦੇ ਵਿੱਚ ਨਹੀਂ ਆ। ਉਹ ਸਿਰਫ ਤੇ ਸਿਰਫ ਕਾਨੂੰਨਾਂ ਦੇ ਵਿੱਚ ਸੋਧਾ ਕਰਨਾ ਚਾਹੁੰਦੇ ਨੇ। ਅਸਲ ਦੇ ਵਿੱਚ ਹੁਣ ਇਹ ਅੰਦੋਲਨ ਜਿਹੜਾ ਕਿਸਾਨਾਂ ਦੇ ਹੱਥ ਦੇ ਵਿੱਚ ਵੀ ਨਹੀਂ ਰਿਹਾ, ਕਿਸਾਨ ਆਗੂਆਂ ਦੇ ਹੱਥ ਦੇ ਵਿੱਚ ਵੀ ਨਹੀਂ ਰਿਹਾ। ਇਹ ਲੋਕ ਅੰਦੋਲਨ ਬਣ ਚੁੱਕਾ, ਲੋਕ ਲਹਿਰ ਬਣ ਚੁੱਕੀ ਆ। ਜਿਹੜੀ ਵੀ ਧਿਰ ਇਹਦੇ ਵਿੱਚ ਪਿੱਛੇ ਹਟੂਗੀ
ਉਹ ਲੋਕਾਂ ਦੇ ਵਿੱਚੋਂ ਨਿਖੇੜੀ ਜਾਊਗੀ। ਚਾਹੇ ਜਿਹੜੀ ਵੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇਸ਼ ਪੱਧਰ ਤੇ 472 ਦੇ ਲਗਭਗ ਕਿਸਾਨ ਜਥੇਬੰਦੀਆਂ ਨੇ, ਜਿਹੜੀ ਵੀ ਯੂਨੀਅਨ ਪਿੱਛੇ ਨੂੰ ਜਾਊਗੀ ਉਹਦਾ ਲੋਕ ਬਾਈਕਾਟ ਕਰ ਦੇਣਗੇ, ਉਹਦਾ ਜਿਹੜਾ ਜਨਤਕ ਆਧਾਰ ਹੈ ਉਹ ਖਤਮ ਹੋ ਜਾਊਗਾ। ਇਸ ਵਜ੍ਹਾ ਦੇ ਨਾਲ ਵੀ ਕੋਈ ਵੀ ਕਿਸਾਨ ਜਥੇਬੰਦੀ ਇਹ ਹੌਸਲਾ ਨਹੀਂ ਕਰ ਰਹੀ ਕਿ ਉਹ ਪਿੱਛੇ ਹਟ ਜਾਵੇ। ਇਸ ਕਰਕੇ ਪੋਹ ਦੀਆਂ ਜਿਹੜੀਆਂ ਨੇ ਸਰਦ ਰਾਤਾਂ ਦੇ ਵਿੱਚ ਵੀ -ਡਿਗਰੀ ਟੈਂਪਰੇਚਰ ਦੇ ਵਿੱਚ ਵੀ ਕਿਸਾਨ ਲੋਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਹੁਣ ਇਹ ਕੇਂਦਰ ਸਰਕਾਰ ਨੇ ਤੈਅ ਕਰਨਾ ਹੈ ਜਾਂ ਹੋਰ ਜਿਹੜੇ ਨੇ ਉਹਨਾਂ ਨੇ ਤੈਅ ਕਰਨਾ ਕਿ ਇਸ ਅੰਦੋਲਨ ਨੂੰ ਕਿੱਦਾਂ ਛੇਤੀ ਖਤਮ ਕਰਨਾ। ਵੈਸੇ ਇਹ ਮੰਨਿਆ ਹੋਇਆ ਤੱਥ ਹੈ ਵੀ ਕਿਸੇ ਵੀ ਚੀਜ਼ ਦਾ ਜਿਹੜਾ ਹੱਲ ਹੈ ਉਹ ਗੱਲਬਾਤ ਰਾਹੀਂ ਹੀ ਨਿਕਲਦਾ ਹੈ ਤੇ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਘੱਟ ਤੋਂ ਘੱਟ ਜਾਨੀ ਤੇ ਮਾਲੀ ਨੁਕਸਾਨ ਹੋਵੇ ਤੇ ਗੱਲਬਾਤ ਰਾਹੀਂ ਛੇਤੀ ਤੋਂ ਛੇਤੀ ਇਹਦਾ ਕੋਈ ਹੱਲ ਕੱਢਿਆ ਜਾਵੇ। ਜੀ ਅਗਲੀ ਖਬਰ ਦੇ ਵੱਲ ਹੁਣ ਅਸੀਂ ਰੁਖ ਕਰਦੇ ਹਾਂ ਜੋ ਕਿ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ। ਬ੍ਰਿਟੇਨ ਦੇ ਵਿੱਚ ਜਿਹੜੇ ਉੱਥੇ ਦੇ ਸਾਇੰਸਦਾਨ ਨੇ ਉਹਨਾਂ ਨੇ ਰਿਸਰਚ ਕਰਨ ਦੇ ਦੌਰਾਨ ਪਾਇਆ ਕਿ ਕੋਰੋਨਾ ਵਾਇਰਸ ਦੇ ਵਿੱਚ ਇੱਕ ਵੇਰੀਐਂਟ ਯਾਨੀ ਕੁਝ ਤਬਦੀਲੀ ਆਈ ਹੈ। ਇਹ ਤਬਦੀਲੀ ਇੱਕ ਚੇਤਾਵਨੀ ਵਜੋਂ ਉੱਥੇ ਲਿੱਤੀ ਗਈ। ਇਸ ਨੂੰ ਚੱਲਦੇ ਭਾਰਤ ਦੇ ਵਿੱਚ ਵੀ ਸਿਹਤ ਮੰਤਰਾਲੇ ਵੱਲੋਂ ਅਰੁਣਦੀਪ ਜੀ ਅੱਜ ਇੱਕ ਆਪਾਤਕਾਲੀਨ ਬੈਠਕ ਬੁਲਾਈ ਗਈ ਹੈ। ਇਸ ਪੂਰੇ ਜਿਹੜਾ ਇਸ ਚੀਜ਼ ਹੈ ਇਸ ਨੂੰ ਤੁਸੀਂ ਚੇਤਾਵਨੀ ਦੇ ਤੌਰ ਤੇ ਵੇਖਦੇ ਹੋ? ਜੀ ਬਿਲਕੁਲ। ਬ੍ਰਿਟੇਨ ਦੇ ਵਿੱਚ ਕੋਰੋਨਾ ਵਾਇਰਸ ਦੇ ਨਵਾਂ ਜਿਹੜਾ ਪਹਿਲੂ ਆ ਜਾਂ ਉਹਦਾ ਇੱਕ ਉਹਨੇ ਰੂਪ ਬਦਲ ਲਿਆ, ਉਹਨੇ ਆਪਣਾ ਢੰਗ ਬਦਲ ਲਿਆ, ਉਹ ਬਦਲ ਕੇ ਕੋਰੋਨਾ ਵਾਇਰਸ ਤੇਜ਼ੀ ਦੇ ਨਾਲ ਬਰਤਾਨਵੀ ਲੋਕਾਂ ਦੇ ਵਿੱਚ ਫੈਲਣਾ ਸ਼ੁਰੂ ਹੋਇਆ, ਜਿਹਨੂੰ ਲੈ ਕੇ ਬਰਤਾਨੀਆ ਨੇ ਜਿਹੜੀਆਂ ਕ੍ਰਿਸਮਸ ਦੀਆਂ ਛੁੱਟੀਆਂ ਸੀਗੀਆਂ ਉਹਦੇ ਵਿੱਚ ਲੋਕਾਂ ਨੂੰ ਖੁੱਲ੍ਹਾਂ ਦੇਣ ਦਾ ਇੱਕ ਐਲਾਨ ਕੀਤਾ ਸੀ, ਉਹ ਸਾਰੀਆਂ ਖੁੱਲ੍ਹਾਂ ਵਾਪਸ ਲੈ ਲਈਆਂ ਤੇ ਬਰਤਾਨੀਆ ਵੱਲੋਂ ਇਸ ਪਾਸੇ ਸਖਤ ਕਦਮ ਚੁੱਕੇ ਜਾਂਦੇ ਸੰਕੇਤ ਦਿੱਤੇ ਜਾ ਰਹੇ ਨੇ। ਉਹ ਸਖਤ ਲਾਕਡਾਊਨ ਲਾਉਣ ਦੀ ਤਜਵੀਜ਼ਾਂ ਉਹਨਾਂ ਵੱਲੋਂ ਲਿਆਂਦੀਆਂ ਜਾ ਰਹੀਆਂ ਨੇ। ਇਹਦੇ ਮੱਦੇ ਨਜ਼ਰ ਯੂਰਪ ਦੇ ਵੱਖ-ਵੱਖ ਮੁਲਕਾਂ ਨੇ, ਨੀਦਰਲੈਂਡ ਜਿਹਦੇ ਵਿੱਚ ਪ੍ਰਮੁੱਖ ਆ ਤੇ ਆਸਟਰੀਆ ਪ੍ਰਮੁੱਖ ਹੈ, ਇਹਨਾਂ ਮੁਲਕਾਂ ਨੇ ਉੱਥੋਂ ਆਉਣ ਵਾਲੀਆਂ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਨੇ। ਇਸੇ ਕਰਕੇ ਭਾਰਤ ਦੇ ਵਿੱਚ ਅੱਜ ਸਿਹਤ ਵਿਭਾਗ ਨੇ ਸਮੀਖਿਆ ਕਰਨ ਦੇ ਲਈ, ਸਿਹਤ ਮੰਤਰਾਲੇ ਨੇ ਸਮੀਖਿਆ ਕਰਨ ਦੇ ਲਈ ਕਿ ਬ੍ਰਿਟੇਨ ਦੇ ਨਾਲ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ਨੂੰ ਕਿਵੇਂ ਡੀਲ ਕਰਨਾ, ਉਹਦੀ ਗੰਭੀਰਤਾ ਕਿੰਨੀ ਕੁ ਹੈ, ਉਹਦਾ ਫੈਲਾਅ ਕਿੰਨਾ ਕੁ ਹੋਊਗਾ, ਭਾਰਤ ਲਈ ਕੀ ਕੀ ਖਤਰੇ ਨੇ, ਉਹਦਾ ਇੱਕ ਅੱਜ ਵਿਸ਼ਲੇਸ਼ਣ ਕਰਨਾ। ਉਸ ਤੋਂ ਬਾਅਦ ਇਹ ਤੈਅ ਕੀਤਾ ਜਾਊਗਾ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਰੋਕਣਾ ਆ ਜਾਂ ਉਹਨਾਂ ਦੇ ਵਿੱਚ ਸੀਮਿਤ ਲੋਕਾਂ ਨੂੰ ਆਉਣ ਦੇਣਾ ਆ ਜਾਂ ਉਹਦੀ ਆਈਸੋਲੇਸ਼ਨ ਕਿੰਨੀ ਦਿਨਾਂ ਦੀ ਕਰਨੀ ਆ ਜਾਂ ਉਹਦੇ ਤੇ ਸਾਡੇ ਤੇ ਕੀ ਪ੍ਰਭਾਵ ਪੈ ਸਕਦਾ। ਇਹਨਾਂ ਸਾਰੀਆਂ ਗੱਲਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਚੀਜ਼ਾਂ ਤੈਅ ਹੋਣਗੀਆਂ ਕਿ ਨਵੀਂ ਲਹਿਰ ਨੂੰ ਰੋਕਣ ਲਈ ਕੀ ਕਰਨਾ। ਦੂਸਰਾ ਇਹਦੇ ਵਿੱਚ ਜੋ ਮੰਨਿਆ ਜਾ ਰਿਹਾ ਅਹਿਮ ਪਹਿਲੂ ਹੋਊਗਾ ਕਿ ਜਿਵੇਂ ਸਾਡੇ ਮੁਲਕ ਦੇ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਹਰਸ਼ ਵਰਧਨ, ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਜੂਨ ਜੁਲਾਈ ਤੱਕ 30 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਦੇ ਦਿਆਂਗੇ, ਜਿਹਦੇ ਵਿੱਚ ਪਹਿਲੇ ਦੌਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਜਨਵਰੀ ਦੇ ਵਿੱਚ ਵੈਕਸੀਨੇਸ਼ਨ ਸ਼ੁਰੂ ਕਰ ਦਿਆਂਗੇ। ਉਹਦੀ ਵੀ ਇੱਕ ਰੂਪਰੇਖਾ ਉਲੀਕੀ ਜਾਊਗੀ ਕਿ ਵੈਕਸੀਨੇਸ਼ਨ ਕਿੱਦਾਂ ਦਿੱਤੀ ਜਾਊਗੀ, ਉਹਦੀ ਸਟੋਰੇਜ ਕਿੱਦਾਂ ਹੋਊਗੀ, ਕਿਹਨਾਂ ਲੋਕਾਂ ਨੂੰ ਪਹਿਲਾਂ ਦੇਣੀ ਹੈ। ਹਾਲਾਂਕਿ ਉਹਦੇ ਲਈ ਇੱਕ ਮਾਪਦੰਡ ਬਣਾਏ ਗਏ ਨੇ ਵੀ ਫਰੰਟ ਲਾਈਨ ਤੇ ਲੜਨ ਵਾਲੇ ਜਿਹੜੇ ਕਰੋਨਾ ਵਾਰੀਅਰਸ ਨੇ, ਕਰੋਨਾ ਯੋਧੇ ਨੇ, ਸਿਹਤ ਕਾਮੇ ਨੇ, ਉਹਨਾਂ ਨੂੰ ਪਹਿਲਾਂ ਦਿੱਤੀ ਜਾਊਗੀ, ਬਜ਼ੁਰਗਾਂ ਨੂੰ ਵੈਕਸੀਨ ਪਹਿਲਾਂ ਦਿੱਤੀ ਜਾਊਗੀ। ਹਾਲਾਂਕਿ ਇਹ ਸਾਰੀਆਂ ਗਾਈਡਲਾਈਨਸ ਬਣ ਚੁੱਕੀਆਂ ਨੇ, ਪਰ ਇਹ ਕਰੋਨਾ ਦਾ ਰੂਪ ਜਿਹੜਾ ਹਾਲੇ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ। ਬੇਸ਼ੱਕ ਭਾਰਤ ਦੇ ਵਿੱਚ ਇਹਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ। ਇੱਕ ਪਾਸੇ ਬੰਗਾਲ ਦੇ ਵਿੱਚ ਵੱਡੇ ਇਕੱਠਾਂ ਦੇ ਵਿੱਚ ਸਾਡੇ ਮੁਲਕ ਦੇ ਗ੍ਰਹਿ ਮੰਤਰੀ ਜਿਹੜੇ ਨੇ ਉਹ ਰੈਲੀਆਂ ਕਰ ਰਹੇ ਨੇ, ਰੋਡ ਸ਼ੋਅ ਕੱਢ ਰਹੇ ਨੇ, ਕਿਸਾਨ ਲੱਖਾਂ ਦੀ ਗਿਣਤੀ 'ਚ ਦਿੱਲੀ ਬੈਠੇ ਨੇ ਤੇ ਇੱਦਾਂ ਵੱਡੇ ਇਕੱਠ ਸਾਡੇ ਮੁਲਕ 'ਚ ਹੋ ਰਹੇ ਨੇ ਜਿੱਥੇ ਕਰੋਨਾ ਦਾ ਉਸ ਪੱਧਰ ਤੇ ਨਹੀਂ ਫੈਲ ਰਿਹਾ, ਜਿਹਨੂੰ ਲੈ ਕੇ ਲੋਕਾਂ ਨੂੰ ਖਦਸ਼ੇ ਵੀ ਹੈ ਵੀ ਸੱਚੀ ਦੇ ਵਿੱਚ ਇਹ ਕੋਈ ਚੀਜ਼ ਹੈਗੀ ਵੀ ਹੈ ਜਾਂ ਐਵੇਂ ਗੁੰਮਰਾਹ ਕੀਤਾ ਜਾ ਰਿਹਾ। ਤੇ ਦੂਜੇ ਪਾਸੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਇੱਕ ਦਿਨ ਦੇ ਵਿੱਚ 4-4 ਲੱਖ, ਪਹਿਲੀ ਵਾਰ ਹੋਇਆ ਕਿ ਉੱਥੇ 4 ਲੱਖ ਲੋਕ ਕਰੋਨਾ ਤੋਂ ਪ੍ਰਭਾਵਿਤ ਹੋਏ ਨੇ, ਜਿਹਦੇ ਨਾਲ ਉੱਥੇ ਗਿਣਤੀ ਜਿਹੜੀ ਆ 2 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ ਤੇ 3-3.5 ਲੱਖ ਲੋਕ ਜਿਹੜੇ ਉਹ ਕਰੋਨਾ ਨਾਲ ਮਰ ਚੁੱਕੇ ਨੇ। ਤੇ ਸਾਡੇ ਮੁਲਕ ਦੇ ਵਿੱਚ ਵੀ ਅਸੀਂ ਹਾਲੇ ਕੱਲ੍ਹ ਹੀ 1 ਕਰੋੜ ਜਿਹੜੀ ਆ ਮਰੀਜ਼ਾਂ ਦੀ ਗਿਣਤੀ ਟੱਪਿਆ। ਬੇਸ਼ੱਕ ਉਹਦੇ ਵਿੱਚ 3 ਲੱਖ ਦੇ ਲਗਭਗ ਲੋਕ ਜਿਹੜੇ ਨੇ ਉਹ ਸਰਗਰਮ ਕਰੋਨਾ ਪੀੜਤ ਨੇ, ਪਰ ਇਹ ਸਾਰੇ ਕਾਸੇ ਦੇ ਬਾਵਜੂਦ ਕਰੋਨਾ ਨੂੰ ਲੈ ਕੇ ਅੱਜ ਵੀ ਖਦਸ਼ੇ ਬਰਕਰਾਰ ਨੇ,
ਤੇ ਕਰੋਨਾ ਨੂੰ ਲੈ ਕੇ ਬੇਪਰਵਾਹੀਆਂ ਵੀ ਬਿਲਕੁਲ ਪੂਰੀ ਤਰ੍ਹਾਂ ਬਰਕਰਾਰ ਨੇ। ਸੋ ਹਾਲੇ ਨਾ ਲੋਕ ਤੈਅ ਕਰ ਪਾ ਰਹੇ ਨੇ ਕਿ ਵੀ ਕਰਨਾ ਕੀ ਹੈ, ਨਾ ਸਰਕਾਰਾਂ ਤੈਅ ਕਰ ਪਾ ਰਹੀਆਂ ਵੀ ਕਰੋਨਾ ਨੇ ਕੀ ਕਰਨਾ ਤੇ ਅਸੀਂ ਕੀ ਕਰਨਾ। ਸੋ ਹਾਲਾਤ ਤੇ ਹਾਲੇ ਬਹੁਤ ਕੁਝ ਨਿਰਭਰ ਕਰਦਾ ਵੀ ਕਿਸ ਕਰਵਟ ਚੀਜ਼ਾਂ ਜਾਂਦੀਆਂ ਨੇ। ਜੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਯਾਨੀ ਬੰਗਾਲ ਦੇ ਵੱਲ ਰੁਖ ਕਰਦੇ ਹਾਂ। ਪੱਛਮੀ ਬੰਗਾਲ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਇੱਕ ਰੋਡ ਸ਼ੋਅ ਕੀਤਾ, ਜਿਸ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਪੱਛਮੀ ਬੰਗਾਲ ਦਾ ਜਿਹੜਾ ਆਵਾਮ ਹੈ ਉਹ ਉੱਥੇ ਇੱਕ ਵੱਡੀ ਤਬਦੀਲੀ ਚਾਹੁੰਦਾ ਹੈ। ਨਾਲ ਦੀ ਨਾਲ ਅਰੁਣਦੀਪ ਜੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪੱਛਮੀ ਬੰਗਾਲ ਤੋਂ ਹੀ ਭਾਜਪਾ ਸਰਕਾਰ ਦਾ ਅਗਲਾ ਮੁੱਖ ਮੰਤਰੀ ਜਿਹੜਾ ਹੈ ਉਹ ਬਣੇਗਾ। ਜੀ ਬਿਲਕੁਲ, ਸਾਡੇ ਮੁਲਕ ਦੇ ਵਿੱਚ ਅਗਲੇ ਸਾਲ 5 ਸੂਬਿਆਂ ਦੇ ਵਿੱਚ ਮਈ ਜੂਨ ਦੇ ਵਿੱਚ ਚੋਣਾਂ ਹੋਣੀਆਂ, ਜਿਹਦੇ ਵਿੱਚ ਕੇਰਲ ਆ, ਅਸਾਮ ਆ, ਪੁਡੂਚੇਰੀ ਆ, ਤਮਿਲਨਾਡੂ ਆ ਤੇ ਬੰਗਾਲ ਆ। ਇਹਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਸਾਨੂੰ ਲੋਕਾਂ ਨੂੰ ਨਾ ਕੇਰਲ ਬਾਰੇ ਕੁਝ ਸੁਣਨ ਨੂੰ ਮਿਲਦਾ ਆ, ਨਾ ਤਮਿਲਨਾਡੂ ਦੇ ਵਿੱਚ ਸੁਣਨ ਨੂੰ ਮਿਲਦਾ ਉੱਥੇ ਦੀਆਂ ਸਿਆਸੀ ਸਰਗਰਮੀਆਂ ਦੇ ਬਾਰੇ 'ਚ, ਤੇ ਨਾ ਅਸਾਮ ਦੀਆਂ ਸਿਆਸੀ ਸਰਗਰਮੀਆਂ ਦੇ ਬਾਰੇ 'ਚ ਕੁਝ ਸੁਣਨ ਨੂੰ ਮਿਲਦਾ। ਪਿਛਲੇ ਲਗਭਗ 1 ਸਾਲ ਜਾਂ 2 ਸਾਲ ਤੋਂ ਅਸੀਂ ਲਗਾਤਾਰ ਬੰਗਾਲ 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 ਹੀ ਸੁਣ ਰਹੇ ਹਾਂ। ਸ਼ਾਇਦ ਉਹਦੀ ਮੀਡੀਆ ਦੇ ਵਿੱਚ ਇੱਕ ਭੂਮਿਕਾ ਬੰਨੀ ਜਾ ਰਹੀ ਹੈ ਲਗਾਤਾਰ, ਕਿਉਂਕਿ ਉੱਥੇ ਸਾਡੇ ਮੁਲਕ ਦੀ ਜਿਹੜੀ ਸੱਤਾਧਾਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਉਹਨੂੰ ਲੱਗਦਾ ਆ ਕਿ ਉਹ ਜਿਹੜੀ ਉੱਥੇ ਦੀ ਤ੍ਰਿਣਮੂਲ ਕਾਂਗਰਸ ਆ ਉਹਨੂੰ ਸੱਤਾ ਤੋਂ ਬਾਹਰ ਕਰ ਦੂਗੀ। ਤਮਿਲਨਾਡੂ ਦੇ ਵਿੱਚ ਇਸ ਗੱਲ ਦੀਆਂ ਕੋਈ ਸੰਭਾਵਨਾਵਾਂ ਨਹੀਂ ਲੱਗਦੀਆਂ, ਕਿਉਂਕਿ ਦੱਖਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ ਹੈਗਾ ਆ। ਨਾਲ ਦੀ ਨਾਲ ਕੇਰਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ ਹੈਗਾ, ਉੱਥੇ ਵੀ ਇਹਦਾ ਕੋਈ ਬਹੁਤਾ ਚਰਚਾ ਨਹੀਂ ਹੈਗਾ। ਅਸਾਮ ਦੇ ਵਿੱਚ ਉਹਨਾਂ ਦੀ ਉਹ ਆਪ ਸੱਤਾ ਦੇ ਵਿੱਚ। ਸੋ ਬਚਦਾ ਕੁੱਲ ਮਿਲਾ ਕੇ ਬੰਗਾਲ ਹੈ ਜਿੱਥੇ ਉਹਨਾਂ ਨੂੰ ਆਉਣ ਦੀਆਂ ਸੰਭਾਵਨਾਵਾਂ ਹੈਗੀਆਂ ਨੇ। ਇਸੇ ਕਰਕੇ ਮੀਡੀਆ ਦੇ ਵਿੱਚ ਬੰਗਾਲ 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 ਹੀ ਹੋ ਰਹੀ ਆ, ਤੇ ਇਹਦੇ ਮੱਦੇ ਨਜ਼ਰ ਹੀ ਮਤਲਬ ਉੱਥੇ ਜਿਹੜਾ ਪੂਰਾ ਭਾਜਪਾ ਨੇ ਜ਼ੋਰ ਲਾਇਆ ਹੋਇਆ ਹੈ। ਅਮਿਤ ਸ਼ਾਹ ਹੋਰਾਂ ਨੇ ਕੱਲ੍ਹ ਤੇ ਅੱਜ 2 ਦਿਨ ਉੱਥੇ ਆਪਣਾ ਕੱਲ੍ਹ ਉਹਨਾਂ ਨੇ ਰੈਲੀ ਕੀਤੀ ਵੱਡੀ, ਤੇ ਅੱਜ ਪਰਸੋਂ ਉਹਨਾਂ ਨੇ ਰੈਲੀ ਕੀਤੀ ਤੇ ਕੱਲ੍ਹ ਉਹਨਾਂ ਨੇ ਰੋਡ ਸ਼ੋਅ ਕੀਤਾ, ਜਿਹਦੇ ਵਿੱਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਤੇ ਪਰਸੋਂ 10 MLA ਜਿਹੜੇ ਨੇ ਉਹ ਵੱਖ-ਵੱਖ ਪਾਰਟੀਆਂ ਤੋਂ, ਤ੍ਰਿਣਮੂਲ, CPI, CPM, ਕਾਂਗਰਸ ਤੋਂ ਟੁੱਟ ਕੇ ਭਾਜਪਾ ਦੇ ਵਿੱਚ ਆਏ ਨੇ, ਤੇ ਇੱਕ ਸੰਸਦ ਮੈਂਬਰ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ ਆ। ਇਹਦੇ ਲਈ ਹੁਣ ਜਿਹੜਾ ਏਜੰਡਾ ਜਿਹੜਾ ਉਹਨਾਂ ਦਾ ਵੱਡਾ ਆ, ਤੇ ਸਰਕਾਰ ਕਿੱਦਾਂ ਬਣਾਉਣੀ ਆ ਇਹ ਤਾਂ ਬਾਅਦ ਦੀ ਗੱਲ ਆ, ਪਰ ਫਿਲਹਾਲ ਉਹਨਾਂ ਨੇ ਦੀਦੀ ਨੂੰ, ਮਮਤਾ ਦੀਦੀ ਨੂੰ ਕਿਵੇਂ ਚੁਣੌਤੀ ਦੇਣੀ ਆ ਇਹ ਵੱਡੀ ਗੱਲ ਆ। ਵੀ ਕੀ ਉਹਨਾਂ ਦੇ ਗਾੜ ਦੇ ਵਿੱਚ ਸੇਂਧ ਮਾਰ ਸਕਦੇ ਨੇ, ਉਹਦਾ ਮਮਤਾ ਬੈਨਰਜੀ ਦਾ ਕਿਲਾ ਤੋੜ ਸਕਦੇ ਨੇ, ਇਹ ਇੱਕ ਵੱਡੀ ਗੱਲ ਹੈ। ਪੂਰਾ ਜ਼ੋਰ ਲੱਗਾ ਹੋਇਆ ਭਾਜਪਾ ਦਾ, ਇਹ ਸਮਾਂ ਹੀ ਦੱਸੂਗਾ। ਮਈ ਜੂਨ ਦੇ ਵਿੱਚ ਚੋਣਾਂ ਹੋਣਗੇ, ਉਹਦਾ ਪਤਾ ਲੱਗ ਜਾਊਗਾ। ਜੀ ਹੁਣ ਅਸੀਂ ਪੱਛਮੀ ਬੰਗਾਲ ਤੋਂ ਸਿੱਧਾ ਰੁਖ ਕਰਦੇ ਹਾਂ ਜਲੰਧਰ ਸ਼ਹਿਰ ਵੱਲ। ਜਲੰਧਰ ਦੇ ਵਿੱਚ ਰੀਅਲ ਐਸਟੇਟ ਦਾ ਮਾਮਲਾ, ਜਿੱਥੇ ਕਿ ਨਗਰ ਨਿਗਮ ਵੱਲੋਂ ਖਾਸ ਤੌਰ ਤੇ ਜਿਨ੍ਹਾਂ ਨੇ ਨਜਾਇਜ਼ ਕਾਲੋਨੀਆਂ ਕੱਟੀਆਂ ਸੀ, ਹੁਣ ਉਹਨਾਂ ਤੇ FIR ਦਰਜ ਕਰ ਲਿੱਤੀ ਗਈ ਹੈ। ਜੀ ਬਿਲਕੁਲ, ਜਿਹੜੀਆਂ ਨਜਾਇਜ਼ ਕਲੋਨੀਆਂ ਇਕੱਲਾ ਜਲੰਧਰ ਦਾ ਵਰਤਾਰਾ ਨਹੀਂ ਹੈ, ਇਹ ਸਾਡੇ ਜ਼ਿਲ੍ਹੇ ਦਾ ਵਰਤਾਰਾ ਆ, ਸਾਡੇ ਸੂਬੇ ਦਾ ਵਰਤਾਰਾ ਆ, ਤੇ ਸਾਡੇ ਮੁਲਕ ਦਾ ਵਰਤਾਰਾ ਆ। ਰੀਅਲ ਸਟੇਟ ਬਿਜ਼ਨਸ ਇੱਦਾਂ ਦਾ ਹੈ ਕਿ ਸਿਆਸੀ ਪੁਸ਼ਤ ਪਨਾਹੀ ਤੋਂ ਬਿਨਾਂ ਇਹ ਚੱਲ ਹੀ ਨਹੀਂ ਸਕਦਾ। ਸਿਆਸਤਦਾਨਾਂ ਦਾ ਮੁੱਖ ਫਾਈਨੈਂਸਰ ਜਿਹੜੇ ਨੇ ਉਹ ਰੀਅਲ ਸਟੇਟ ਕਾਰੋਬਾਰੀ ਨੇ। ਇਹਦੇ ਵਿੱਚ ਸਿਰਫ ਜਿਹੜੇ ਛੋਟੇ-ਮੋਟੇ ਜਿਹੜੇ ਕੋਲੋਨਾਈਜ਼ਰ ਹੁੰਦੇ ਨੇ, ਜਿਹੜੇ 1 2 ਏਕੜ ਖੇਤ ਖੂਤ ਲੈ ਕੇ ਛੋਟੀਆਂ-ਮੋਟੀਆਂ ਕਲੋਨੀਆਂ ਕੱਟ ਦਿੰਦੇ ਨੇ, ਜਿਹੜੇ ਪੁੱਡਾ ਵੱਲੋਂ ਨਿਰਧਾਰਿਤ ਨਿਯਮ ਨੇ ਉਹਨਾਂ ਨੂੰ ਨਹੀਂ ਦਿੰਦੇ, ਮਤਲਬ ਜਿਹੜੀਆਂ ਨਿਰਧਾਰਿਤ ਫੀਸਾਂ ਨੇ ਉਹ ਨਹੀਂ ਦਿੰਦੇ, ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜਿਵੇਂ ਪੁਲਿਸ ਦੇ ਵਿੱਚ ਇੱਕ ਰਿਵਾਜ ਆ ਵੀ ਛੋਟੇ-ਮੋਟੇ ਜਿਹੜੇ ਚਿੰਦੀ ਚੋਰ ਹੁੰਦੇ ਨੇ, ਜਿਹੜੇ ਦੜੇ ਸੱਟੇ ਵਾਲੇ ਹੁੰਦੇ ਨੇ, ਉਹਨਾਂ ਨੂੰ ਫੜ ਕੇ ਸਾਲ 6 ਮਹੀਨੇ 'ਚ ਇੱਕ ਦੀ ਪਰਚਾ ਕਰ ਦੇਣਾ। ਉਹਦੇ ਇਹ ਜਿਹੜੇ ਰੀਅਲ ਸਟੇਟ ਦੇ ਛੋਟੇ-ਮੋਟੇ ਚਿੰਦੀ ਚੋਰ ਨੇ ਉਹਨਾਂ ਤੇ ਫੜ ਕੇ ਪਰਚਾ ਕਰ ਦਿੰਦੇ ਨੇ, ਤੇ ਵੱਡੇ ਜਿਹੜੇ ਮਗਰਮੱਛ ਨੇ ਉਹ ਹਮੇਸ਼ਾ ਬਚੇ ਰਹਿੰਦੇ ਨੇ, ਪਰਦੇ ਦੇ ਉੱਲੇ ਰਹਿੰਦੇ ਨੇ। ਸੋ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਛੋਟੇ-ਮੋਟੇ ਜਿਹੜੇ ਕੋਲੋਨਾਈਜ਼ਰ ਨੇ ਉਹਨਾਂ ਤੇ ਕਾਰਵਾਈ ਕੀਤੀ ਆ। ਇਹ ਕਿੱਦਾਂ ਹੋ ਗਈ, ਇਹ ਵੀ ਬੜੀ ਹੈਰਾਨੀ ਦੀ ਗੱਲ ਆ। ਹਾਲਾਂਕਿ ਸੁੱਤੇ ਰਹਿੰਦੇ ਨੇ ਸਰਕਾਰੀ ਕਰਮਚਾਰੀ, ਖਾਸ ਤੌਰ ਤੇ ਨਗਰ ਨਿਗਮਾਂ ਦੇ, ਪੁੱਡਾ ਦੇ, ਜਿਨ੍ਹਾਂ ਦੇ ਵਿੱਚ ਜਦੋਂ ਕਲੋਨੀਆਂ ਬਣ ਜਾਂਦੀਆਂ ਨੇ ਲੋਕ ਉੱਥੇ ਰਹਿਣ ਚਲ ਜਾਂਦੇ ਨੇ, ਉਦੋਂ ਕਾਰਵਾਈ ਕਰਨ ਆ ਜਾਂਦੇ। ਜਦੋਂ ਕਲੋਨੀ ਬਣ ਰਹੀ ਹੁੰਦੀ ਹੈ ਉਦੋਂ ਕੋਈ ਕਾਰਵਾਈ ਨਹੀਂ ਕਰਦਾ। ਹੁਣ ਕੋਲੋਨਾਈਜ਼ਰਾਂ ਤੇ ਪਰਚੇ ਕਰ ਰਹੇ ਨੇ। ਅਸਲ ਦੇ ਵਿੱਚ ਤਾਂ ਇਹ ਸਿਸਟਮ ਦਾ ਫੇਲੀਅਰ ਆ।
ਇਹ ਉਹਨਾਂ ਵਿਭਾਗਾਂ ਦਾ ਫੇਲੀਅਰ ਆ, ਉਹਨਾਂ ਦੀ ਵਿਭਾਗਾਂ ਦੀ ਨਲਾਇਕੀ ਆ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਕਲੋਨੀਆਂ ਬਣ ਜਾਂਦੀਆਂ। ਉਹ ਨਲਾਇਕੀ ਕਾਦੀ, ਇਹ ਸਿੱਧੇ ਰੂਪ ਦੇ ਵਿੱਚ ਭ੍ਰਸ਼ਟਾਚਾਰ ਦੀ ਇੱਕ ਵੱਡੀ ਮਿਸਾਲ ਆ, ਜਿਹੜੀ ਸਾਨੂੰ ਸੜਕਾਂ ਦੇ ਕੰਢਿਆਂ ਤੇ ਦਿਖਣ ਨੂੰ ਮਿਲ ਜਾਂਦੀ ਆ। ਅਰੁਣਦੀਪ ਜੀ, ਪ੍ਰਾਪਰਟੀ ਨਾਲ ਜੁੜੀ ਇੱਕ ਹੋਰ ਖਬਰ ਇਹ ਹੈ ਕਿ ਪ੍ਰਾਪਰਟੀ ਟੈਕਸ ਇਕੱਠਾ ਕਰਨ ਦੇ ਲਈ ਹੁਣ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਆਪਣੇ ਨਾਲ ਜੋੜੇਗੀ। ਜੀ ਬਿਲਕੁਲ, ਮੈਂ ਜਿਵੇਂ ਪਹਿਲਾਂ ਹੀ ਗੱਲ ਕਿਹਾ ਵੀ ਇਹ ਭ੍ਰਸ਼ਟਾਚਾਰ ਜਾਂ ਨਲਾਇਕੀ ਦੀ ਇੱਕ ਮਿਸਾਲ ਆ ਵੀ ਜਦੋਂ ਤੁਹਾਡੇ ਵਿਭਾਗਾਂ ਦੇ ਅਧਿਕਾਰੀ ਕੰਮ ਨਹੀਂ ਕਰਦੇ ਜਾਂ ਉਹਨਾਂ ਤੋਂ ਕੰਮ ਨਹੀਂ ਕਰਵਾਇਆ ਜਾਂਦਾ, ਉਦੋਂ ਫਿਰ ਪ੍ਰਾਈਵੇਟ ਤੇ ਟੇਕ ਰੱਖੀ ਜਾਂਦੀ। ਅਸਲ ਦੇ ਵਿੱਚ ਕਦੇ ਵੀ ਭ੍ਰਸ਼ਟਾਚਾਰ ਥੱਲਿਓਂ ਤਾਂ ਨਹੀਂ ਜਾਂਦਾ, ਉੱਪਰੋਂ ਹੇਠਾਂ ਨੂੰ ਆਉਂਦਾ। ਜਦੋਂ ਇੱਕ ਮੰਤਰੀ ਕਰਪਟ ਹੁੰਦਾ, ਮੰਤਰੀ ਨੂੰ ਪੈਸੇ ਚਾਹੀਦੇ ਹੁੰਦੇ, ਮੰਤਰੀ ਦੇ ਥੱਲੇ MLA ਨੂੰ ਚਾਹੀਦੇ ਹੁੰਦੇ, MLA ਦੇ ਥੱਲੇ ਜਿਹੜਾ ਅਫਸਰ ਬੈਠਾ ਆ ਵੱਡਾ, ਉਹਨੂੰ ਪੈਸੇ ਚਾਹੀਦੇ ਹੁੰਦੇ, ਤੇ ਉਹ ਫਿਰ ਮਾਇਆ ਥੱਲਿਓਂ ਤਾਂ ਨੂੰ ਜਾਂਦੀ ਆ ਤੇ ਫਿਰ ਲੋੜ ਹੁੰਦੀ ਹੈ ਪ੍ਰਾਈਵੇਟ ਕੰਪਨੀਆਂ ਦੀ। ਕੰਪਨੀਆਂ ਵੀ ਆਪਣਾ ਇੱਕ ਉਹਨਾਂ ਦਾ ਇੱਕ ਸ਼ੇਅਰ ਆ, ਕੋਈ 10% ਦਿੰਦਾ, ਕੋਈ 20% ਦਿੰਦਾ, ਸਾਨੂੰ ਠੇਕੇ ਦਿਵਾਓ। ਉਹ ਇਸ ਕਰਕੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪਹਿਲੋਂ ਸਿਸਟਮ ਨੂੰ ਫੇਲ ਕੀਤਾ ਜਾਂਦਾ ਤੇ ਫਿਰ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਕੰਮ ਦਿੱਤੇ ਜਾਂਦੇ ਨੇ। ਸੋ ਇਹਦੇ ਵਿੱਚ ਵੀ ਇਹੀ ਹੋ ਰਿਹਾ ਕਿ ਹੁਣ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਠੇਕਾ ਦੇ ਦਿੱਤਾ ਜਾਵੇ, ਕਿਉਂਕਿ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਕੰਮ ਨਹੀਂ ਕਰਦੇ। ਜੀ, ਜਦੋਂ ਤੁਸੀਂ ਭ੍ਰਸ਼ਟਾਚਾਰ ਦੀ ਗੱਲ ਕੀਤੀ ਤੇ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਇਹ ਆਇਆ ਹੈ ਕਿ 50 ਪਾਇਲਟਸ ਜਿਹੜੇ ਨੇ ਉੱਥੇ ਦੇ, ਉਹਨਾਂ ਦਾ ਇੱਕ ਸਾਰਿਆਂ ਦਾ ਜਿਹੜਾ ਲਾਇਸੈਂਸ ਹੈ ਉਡਾਨ ਭਰਨ ਦਾ, ਉਹ ਰੱਦ ਕਰ ਦਿੱਤਾ ਗਿਆ। ਜੀ ਬਿਲਕੁਲ, ਜਿਵੇਂ 47 ਦੇ ਵਿੱਚ ਜਦੋਂ ਅਸੀਂ ਦੋ ਮੁਲਕ ਅਲੱਗ-ਅਲੱਗ ਹੋਏ, ਭਾਰਤ ਅਤੇ ਪਾਕਿਸਤਾਨ, ਸਾਡੀਆਂ ਆਦਤਾਂ ਤੇ ਸਾਡੀਆਂ ਹਰਕਤਾਂ ਤੇ ਸਾਡਾ ਨਿਜ਼ਾਮ ਉਹੀ ਆ। ਜਿੰਨੇ ਕੁ ਠੱਗ ਸਾਡੇ ਇੱਥੇ ਬੈਠੇ ਨੇ, ਉਨੇ ਕੁ ਠੱਗ ਉੱਥੇ ਵੀ ਬੈਠੇ ਨੇ। ਮਸਲਾ ਇਹ ਆ ਕਿ ਉੱਥੇ ਜਿਹੜੇ ਪਾਇਲਟ ਜਿਹੜੇ ਉਹ ਖੁਲਾਸਾ ਉਦੋਂ ਹੋਇਆ ਵੀ ਇਹ ਜਾਲੀ ਲਾਇਸੈਂਸ ਲਈ ਜਾ ਰਹੇ ਜਿਹੜੇ ਕਰਾਚੀ ਦੇ ਵਿੱਚ ਵਿਮਾਨ ਹਾਦਸਾ ਹੋਇਆ, ਜਦੋਂ ਲੋਕਾਂ ਦੀਆਂ ਜਾਨਾਂ ਗਈਆਂ, ਉਦੋਂ ਉਹਨਾਂ ਨੇ ਇਹਦੀ ਇੱਕ ਵਿਸਥਾਰਤ ਜਾਂਚ ਕਰਵਾਈ ਕਿ ਇਹਨਾਂ ਨੇ ਜਿਹੜੇ ਪਾਇਲਟ ਨੇ 에ਅਰਲਾਈਨਾਂ ਦੇ ਵਿੱਚ ਨੇ, ਇਹ ਉਹ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਪਾਇਲਟ ਬਣੇ ਨੇ ਜਾਂ ਇਹ ਪਿਛਲੇ ਦਰਵਾਜ਼ੇ ਥਾਣੀ ਚੋਰ ਦਰਵਾਜ਼ਿਓਂ ਪਾਇਲਟ ਬਣ ਗਏ ਨੇ। ਤਾਂ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ 50 ਪਾਇਲਟ ਨੇ, ਇਹਨਾਂ ਨੇ ਉਹ ਮਾਪਦੰਡ ਪੂਰੇ ਨਹੀਂ ਕੀਤੇ, ਇਹਨਾਂ ਨੇ ਨਿਰਧਾਰਿਤ ਘੰਟਿਆਂ ਦੀਆਂ ਉਡਾਨਾਂ ਪੂਰੀਆਂ ਨਹੀਂ ਕੀਤੀਆਂ, ਇਹਨਾਂ ਨੂੰ ABC ਤਾਂ ਆਉਂਦੀ ਹੈ, Z ਤੱਕ ਇਹ ਨਹੀਂ ਪਹੁੰਚੇ। ਸੋ ਉਹਨਾਂ ਨੇ ਜਿੰਨਾ ਇਹ ਨਲਾਇਕ ਕੁਨਬਾ ਆ 에ਅਰਲਾਈਨ ਦੇ ਵਿੱਚ, ਉਹ ਸਾਰੇ ਨੂੰ ਇਹਨਾਂ ਨੇ ਬਾਹਰ ਕੱਢਿਆ ਆ। ਸੋ ਇਹ ਚੰਗੀ ਗੱਲ ਹੈ। ਸੋ ਭਾਰਤ ਨੂੰ ਵੀ ਇਹ ਸਬਕ ਲੈਣਾ ਚਾਹੀਦਾ ਹੈ ਪਾਕਿਸਤਾਨ ਤੋਂ ਵੀ, ਜਿੱਦਾਂ ਉਹਨਾਂ ਨੇ 50 ਆਪਣੇ ਨਲਾਇਕ ਪਾਇਲਟ ਬਾਹਰ ਕੱਢੇ ਨੇ। ਸੋ ਭਾਰਤ ਨੂੰ ਵੀ ਜਿਹੜੇ ਵੱਖ-ਵੱਖ ਅਦਾਰਿਆਂ ਦੇ ਵਿੱਚ ਨਲਾਇਕ ਕੁਨਬਾ ਆ, ਉਹਨੂੰ ਵੀ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਜੀ, ਹੁਣ ਅਸੀਂ ਮੌਸਮ ਦੇ ਵੱਲ ਰੁਖ ਕਰਦੇ ਹਾਂ। ਸ਼ੀਤ ਲਹਿਰ ਦਾ ਜਿਹੜਾ ਕਹਿਰ ਹੈ ਉਹ ਜਾਰੀ ਹੈ, ਪਰ ਵੇਖਣ ਨੂੰ ਇਹ ਮਿਲਿਆ ਹੈ ਕਿ ਸ਼ਿਮਲਾ ਨਾਲੋਂ ਵੀ ਜ਼ਿਆਦਾ ਠੰਡੇ ਜਿਹੜੇ ਪ੍ਰਦੇਸ਼ ਨੇ ਉਹ ਦਿੱਲੀ ਤੇ ਪੰਜਾਬ ਪਾਏ ਗਏ ਨੇ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਪੋਹ ਦਾ ਮਹੀਨਾ ਚੜ੍ਹ ਚੁੱਕਾ ਹੈ। ਪੋਹ ਦੇ ਮਹੀਨੇ ਦੀਆਂ ਵੈਸੇ ਹੀ ਬਹੁਤ ਸਰਦ ਰਾਤਾਂ ਹੁੰਦੀਆਂ ਨੇ। ਅਸਲ ਦੇ ਵਿੱਚ ਸਾਡੀ ਪੰਜਾਬੀ ਜਨ ਮਾਨਸ ਨੂੰ ਇਸ ਵਾਰ ਠੰਡ ਵੈਸੇ ਵੀ ਜ਼ਿਆਦਾ ਲੱਗ ਰਹੀ ਆ। ਜਦੋਂ ਵੀ ਠੰਡ ਦਾ ਖਿਆਲ ਆਉਂਦਾ ਹੈ, ਪਾਲੇ ਦਾ ਖਿਆਲ ਆਉਂਦਾ, ਤੇ ਸਾਡਾ ਪੰਜਾਬੀ ਭਾਈਚਾਰੇ ਦਾ ਜਿਹੜਾ ਧਿਆਨ ਆ ਉਹ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਕਿਸਾਨ ਨੇ ਉਹਨਾਂ ਵੱਲ ਜਾਂਦਾ ਆ। ਤੇ ਇਸ ਕਰਕੇ ਉਹ ਸਾਰਾ ਪੰਜਾਬੀਆਂ ਨੂੰ ਉਹ ਬੇਸ਼ੱਕ ਹਕੀਕੀ ਤੌਰ ਤੇ ਠੰਡ ਹੈਗੀ ਵੀ ਜ਼ਿਆਦਾ, ਪਰ ਉਹ ਮਾਨਸਿਕਤਾ ਦੇ ਨਾਲ ਜਿਹੜਾ ਜੁੜਿਆ ਹੋਇਆ, ਇਸੇ ਕਰਕੇ ਉੱਥੇ ਵੱਡੇ ਪੱਧਰ ਤੇ ਲੰਗਰ ਲੱਗੇ ਹੋਏ ਨੇ, ਲੋਕ ਕੰਬਲ ਲੈ ਕੇ ਜਾ ਰਹੇ ਨੇ, ਰਜਾਈਆਂ ਲੈ ਕੇ ਜਾ ਰਹੇ ਨੇ, ਹੀਟਰ ਲੈ ਕੇ ਜਾ ਰਹੇ ਨੇ, ਗੀਜ਼ਰ ਲੈ ਕੇ ਜਾ ਰਹੇ ਨੇ। ਸੋ ਉਹ ਠੰਡ ਨੂੰ ਇਸ ਰੂਪ ਦੇ ਵਿੱਚ ਉਹ ਮਹਿਸੂਸ ਕਰ ਰਹੇ ਨੇ, ਕਿਉਂਕਿ ਉਹ ਜਨ ਮਾਨਸ ਦਾ ਇੱਕ ਹਿੱਸਾ ਬਣ ਗਈ। ਦੂਸਰੀ ਗੱਲ, ਇਹ ਪੋਹ ਦੇ ਮਹੀਨੇ ਦੇ ਵਿੱਚ 4 ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਹਨਾਂ ਦੀ ਯਾਦ ਦੇ ਵਿੱਚ ਵੀ ਇਹ ਪ੍ਰੋਗਰਾਮ ਹੋ ਰਹੇ ਨੇ। ਹੁਣ ਜੋ ਸ਼ਹੀਦੀ ਜੋੜ ਮੇਲੇ ਹੋ ਰਹੇ ਨੇ, ਉਹ ਵੀ ਇੱਕ ਸਾਡੀ ਜਨਮਾਨਸ ਦਾ ਹਿੱਸਾ ਆ। ਉਹਨਾਂ ਨੂੰ ਲੈ ਕੇ ਵੀ ਸਾਡੇ ਲੋਕਾਂ ਨੂੰ ਠੰਡ ਨੂੰ ਜਿਹੜੀ ਮਹਿਸੂਸੀਅਤ ਆ, ਉਹ ਇੱਕ ਵੱਖਰੇ ਤੌਰ ਤੇ ਹੈਗੀ ਆ। ਦੂਸਰੀ ਗੱਲ, ਠੰਡ ਦਾ ਇਹ ਮੌਸਮ ਆ, ਇਹਨੂੰ ਕਿਵੇਂ ਲੈਣਾ ਆ, ਇਹਦੇ ਲਈ ਬਹੁਤ ਸਾਰੇ ਨੁਕਤੇ ਪਹਿਲਾਂ ਹੀ ਦੱਸੇ ਜਾਂਦੇ ਨੇ। ਸਿਹਤ ਮਾਹਰ ਇਹਦੇ ਬਾਰੇ ਨੁਕਤੇ ਦਿੰਦੇ ਨੇ, ਇਹਦੇ ਬਾਰੇ ਸਾਡੇ ਅਗਾਊਂ ਚੇਤਾਵਨੀਆਂ ਆ ਜਾਂਦੀਆਂ ਵੀ ਠੰਡ ਦਾ ਮੌਸਮ ਆ ਗਿਆ। ਮੌਸਮ ਵਿਭਾਗ ਇਹਦੇ ਬਾਰੇ ਜਾਣਕਾਰੀਆਂ ਦਿੰਦਾ। ਸੋ ਉਹਨਾਂ ਸਾਰੇ ਨਿਯਮਾਂ ਦਾ, ਉਹਨਾਂ ਸਾਰੇ ਐਡਵਾਈਜ਼ਰੀਜ਼ ਦਾ ਪਾਲਣ ਕਰਨਾ ਚਾਹੀਦਾ ਤਾਂ ਕਿ ਜਾਨੀ ਤੇ ਮਾਲੀ ਨੁਕਸਾਨ ਘੱਟ ਤੋਂ ਘੱਟ ਹੋਵੇ। ਜੀ ਅਰੁਣਦੀਪ ਜੀ, ਖਾਸ ਖਬਰ ਇੱਕ ਨਜ਼ਰ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਮਸਕਾਰ।